अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅੱਜ ਗੁਫ਼ਤਗੂ ਦਾ ਆਗਾਜ਼ ਜਿਹੜਾ ਉਹ ਤੇ ਇੱਕ ਸਰਾਇਕੀ ਦੀਆਂ ਕੁਝ ਬੋਲੀਆਂ ਤੇ ਅਖਾਣ, ਬਲਕਿ ਉਹਨਾਂ ਉੱਤੇ ਲਿਖਿਆ ਹੋਇਆ ਸੀ ਸਰਾਇਕੀ ਅਕਵਾਲੇ ਜ਼ਰਰੀ। ਉਹ ਸਾਡੇ ਇੱਕ ਦੋਸਤ ਨੇ ਪਾਕਿਸਤਾਨ ਤੋਂ, ਉਹਨਾਂ ਬਲਕਿ ਹੁੰਗਾਰਾ ਪ੍ਰੋਗਰਾਮ ਦੇ ਇਬਤਦਾਈ ਇਨੀਸ਼ੀਏਟਿਵ ਦੇ ਵਿੱਚ ਜਿਨ੍ਹਾਂ ਦੋਸਤਾਂ ਦਾ ਜ਼ਿਆਦਾ ਕਿਰਦਾਰ ਸੀ, ਉਹ ਉਹਨਾਂ 'ਚੋਂ ਇੱਕ ਨੇ। ਉਹਨਾਂ ਨੇ ਭੇਜਿਆ ਤੇ ਪੜ੍ਹਿਆ ਮੈਂ ਤਾਂ ਵੇਖਿਆ ਕਿ ਉਹਨਾਂ 'ਚ ਵਾਹਵਾ ਗੱਲਾਂ ਐਸੀਆਂ ਸਨ ਕਿ ਜਿਹੜੀਆਂ ਥੋੜ੍ਹਾ ਜਿਹਾ ਮਾਹੌਲ ਨੂੰ ਲਾਈਟ ਵੀ ਕਰਦੀਆਂ ਨੇ, ਲੇਕਿਨ ਜਿਹੜੀਆਂ ਸਾਡੇ ਵਸੇਬ ਦੇ ਵਿੱਚ ਅੱਗੇ ਪਿੱਛੇ ਜਿਨ੍ਹਾਂ ਬੰਦਿਆਂ ਦਾ ਜ਼ਿਆਦਾ ਐਕਸਪੋਜਰ ਨਹੀਂ, ਜਾਂ ਬਹੁਤ ਬਾਹਰ ਨਿਕਲ ਕੇ ਉਹਨਾਂ ਦੂਜੀਆਂ ਜ਼ੁਬਾਨਾਂ ਜਾਂ ਉਹਨਾਂ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨਾਲ ਉਸ ਤਰ੍ਹਾਂ ਉਹਨਾਂ ਦਾ ਚੋਖਾ ਵਾਸਤਾ ਨਹੀਂ ਰਿਹਾ, ਲੇਕਿਨ ਉਹਨਾਂ ਆਪਣੇ ਉੱਥੇ ਕੋਲੋਂ ਹੀ ਗੱਲਾਂ ਤਾਂ ਲੱਭੀਆਂ ਨਾ, ਕਿਉਂਕਿ ਗੱਲਾਂ ਤਾਂ ਆਉਂਦੇ ਨੇ ਕਿ ਭੱਠੀਆਂ 'ਤੇ ਤੰਦੂਰਾਂ 'ਤੇ ਵੀ ਲੱਭ ਪੈਂਦੀਆਂ ਨੇ। ਔਰ ਗੱਲ ਹੈ ਹੀ ਹਕੀਕਤ ਕਿ ਭੱਠੀਆਂ 'ਤੇ ਵੀ ਉਹ ਜਿਹੜੇ ਦਾਣੇ ਬਣਾਉਣ ਆਏ ਹੁੰਦੇ ਨੇ ਉਹਨਾਂ ਦਾ ਇਕੱਠ ਹੋਇਆ ਹੁੰਦਾ ਚੰਗਾ ਭਲਾ, ਅਤੇ ਉਹਨਾਂ ਸਾਰੇ ਜਿੰਨੇ ਇਨਸਾਨ ਨੇ ਉਹਨਾਂ ਦੇ ਸਾਰਿਆਂ ਦੀ ਇੱਕ ਰਾਏ ਵੀ ਹੈ, ਉਹਨਾਂ ਨੇ ਉੱਥੇ ਕੋਈ ਗੱਲ ਵੀ ਕਰਨੀ ਹੈ। ਅਤੇ ਤੰਦੂਰਾਂ 'ਤੇ ਵੀ ਉਹ ਵਾਰੀ ਵਾਲੀਆਂ ਜਨਾਨੀਆਂ ਬੈਠੀਆਂ ਨੇ, ਪੇੜੇ ਉਹਨਾਂ ਕਰ ਕਰਕੇ ਦਿੱਤੀ ਜਾਣੇ, ਨਾਲ ਵਕਤ ਜਿਹੜਾ ਹੈ ਉਹ ਗੱਲਾਂ ਨਾਲ ਹੀ ਗੁਜ਼ਾਰਨਾ। ਜਿਸ ਵੇਲੇ ਔਰ ਇਸ ਤੋਂ ਇਲਾਵਾ ਬੇੜੀਆਂ ਦੇ ਪੂਰ ਦੇ ਵਿੱਚ ਬੜੀ ਬੜੀ ਗੱਲ ਹੁੰਦੀ ਹੈ, ਕਿਉਂਕਿ ਬੇੜੀ ਦੇ ਪੂਰ ਦਾ ਹੁਣ ਤਾਂ ਖੈਰ ਦੂਰ ਤੱਕ ਰਿਵਾਜ ਕੋਈ ਨਹੀਂ ਰਿਹਾ। ਪੱਤਣ ਆਉਂਦੇ ਸਨ ਉੱਥੋਂ ਕਿ ਮਤਲਬ ਜਿਹੜਾ ਚੋਖਾ ਚੌੜਾ ਪਾਰਟ ਹੈ ਜਿੱਥੋਂ ਦਰਿਆ ਦਾ, ਨੇੜੇ ਨੇੜੇ 10 ਮੀਲ 20 ਮੀਲ ਇੱਧਰ ਵੀ ਕੋਈ ਨਹੀਂ ਪੁਲ, ਉੱਧਰ ਵੀ ਪੁਲ ਕੋਈ ਨਹੀਂ, ਸੜਕਾਂ ਦਾ ਰਿਵਾਜ ਕੋਈ ਨਹੀਂ ਸੀ ਜਾਂ ਇੰਨੀਆਂ ਸੜਕਾਂ ਅਵੇਲੇਬਲ ਨਹੀਂ ਸਨ। ਅਤੇ ਜੇ ਉੱਤੋਂ ਬੜਾ ਕਰਕੇ ਆਉਣਾ ਪਵੇ ਤਾਂ ਉਹ ਸਫ਼ਰ ਉਹਨਾਂ ਨੂੰ ਯਾਨੀ ਦਰਿਆਓਂ ਪਾਰ ਜਾਣ ਦਾ, ਪੱਤਣ ਤੋਂ ਪਾਰ ਜਿਹੜਾ ਜਿੱਥੇ ਵੀ ਉਹ ਪਾਰਟ ਹੈ ਦਰਿਆ ਦਾ, ਉਹਦੇ ਪਰਲੇ ਪਾਸੇ ਦੀ ਆਬਾਦੀ ਦੇ ਨਾਲ ਰਾਬਤੇ ਦੀ ਸੂਰਤ 'ਚ ਅਗਰ ਉਹ ਵਲਾਵਾਂ ਖਾ ਕੇ ਪੂਰਾ ਸਫ਼ਰ ਕਰਨ ਤਾਂ ਉਹਨਾਂ ਨੂੰ 30-40 ਮੀਲ 50 ਮੀਲ ਵੀ ਪੈ ਸਕਦਾ ਸੀ। ਲਿਹਾਜ਼ਾ ਉਸ ਦਾ ਯਾਨੀ ਜਿੱਥੇ ਬਹਾਓ ਪਾਣੀ ਦਾ ਅਤੇ ਪਾਰਟ ਜਿਹੜਾ ਦਰਿਆ ਦਾ ਪੇਟਾ ਉਹ ਚੋਖਾ ਚੌੜਾ ਹੋਵੇ, ਪਾਣੀ ਦੀ ਉੱਥੇ ਰਫ਼ਤਾਰ ਘੱਟ ਹੁੰਦੀ ਹੈ ਔਰ ਐਡਾ ਡੂੰਘਾ ਵੀ ਉਹ ਕੋਈ ਨਹੀਂ ਹੁੰਦਾ। ਉਹਨਾਂ ਦੇ ਕੋਲ ਉਹ ਬੇੜੀਆਂ ਦੇ ਨਾਲ ਉਹ ਚੱਪੂਆਂ ਦੀ ਬਜਾਏ ਉਹ ਇੱਕ ਲੰਮਾ ਜਿਹਾ ਬਾਂਸ ਹੁੰਦਾ ਸੀ, ਉਹ ਬਸ ਉਹ ਬਾਂਸ ਦੇ ਨਾਲ ਹੀ ਬੇੜੀ ਠਿੱਲ ਨਹੀਂ ਜਾਣੀ ਹੈਗਾ। ਮਾਣੀਆਂ ਉਹਨੂੰ ਆਉਂਦੇ ਸਨ, ਮਾਣੀ ਜਿਹੜਾ ਉਹਦਾ ਉਹ ਜਿਹੜਾ ਬਾਂਸ ਦੇ ਨਾਲ ਉਹਨੂੰ ਅਗਾਂ ਚਲਾਈ ਜਾ ਰਿਹਾ ਹੁੰਦਾ, ਅਤੇ ਉਹਦੇ 'ਤੇ ਬਲਕਿ ਉਹ ਚੌਧਰੀ ਸਾਹਿਬ ਦੀ ਜਿਹੜੀ ਇੱਕ ਚੌਧਰੀ ਮੁਹੰਮਦ ਅਲੀ ਮੁਜ਼ਤਰ ਮਰਹੂਮ ਦੀ ਇੱਕ ਗਜ਼ਲ ਹੈ, ਚੰਨਾ ਵੇ ਤੇਰੀ ਚਾਨਣੀ ਅਤੇ ਤਾਰਿਆ ਵੇ ਤੇਰੀ ਲੋ, ਚੰਨ ਪਕਾਵੇ ਰੋਟੀਆਂ ਅਤੇ ਤਾਰਾ ਲਵੇ ਕਣਸੋ। ਉਹਦੇ ਵਿੱਚ ਅੱਗੇ ਇੱਕ ਸ਼ੇਰ ਹੈ ਕਿ ਉਹਦੇ 'ਚ ਬੇੜੀ ਦਾ ਤੇ ਦਾ ਹੈ ਕਿ ਅੱਜ ਲਹਿਰਾਂ ਖਾਵਣ ਪੈਂਦੀਆਂ, ਅੱਜ ਭੁੱਖਾ ਘੁੰਮਣ ਘੇਰ। ਅੱਜ ਲਹਿਰਾਂ ਖਾਵਣ ਪੈਂਦੀਆਂ, ਅੱਜ ਭੁੱਖਾ ਘੁੰਮਣ ਘੇਰ, ਤੂੰ ਬੇੜੀ ਠੇਲ ਮਾਣਿਆ ਜੋ ਰੱਬ ਕਰੇ ਸੋ ਹੋ। ਸੋ ਇਹ ਜਿਹੜੀ ਨਾ ਤਵੱਕਲ 'ਤੇ ਜਾਂ ਦਰਿਆ 'ਚ ਘੋੜਾ ਪਾ ਦੇਣ ਵਾਲੀ ਜਿਹੜੀ ਹਾਲਤ ਹੈ, ਉਹਨੂੰ ਆਂਦੇ ਨੇ ਤੂੰ ਬੇੜੀ ਠੇਲ ਮਾਣਿਆ ਜੋ ਰੱਬ ਕਰੇ ਸੋ ਹੋ। ਲਿਹਾਜ਼ਾ ਉਹ ਲੰਬੇ ਬਾਂਸ ਦੇ ਨਾਲ ਬੇੜੀ ਨੂੰ ਠੇਲਿਆ ਜਾਂਦਾ ਸੀ, ਯਾਨੀ ਅੱਗੇ ਅੱਗੇ ਥੋੜ੍ਹੀ ਥੋੜ੍ਹੀ ਟੁਰਦੀ ਜਾਂਦੀ ਸੀ, ਅਤੇ ਉਹ ਜਿਹੜਾ ਕੋਈ ਕਿੱਲੇ 2 ਕਿੱਲੇ ਦਾ ਪਾਰਟ ਹੁੰਦਾ ਉੱਥੋਂ ਜਾਂ ਜਿੰਨਾ ਵੀ ਹੋਵੇ ਏਰੀਆ, ਉਹ ਇੰਜ ਕੋਈ ਨਹੀਂ ਸੀ ਵੀ ਇੱਥੋਂ ਇੰਜ ਵੇਖਿਆ ਅਤੇ ਪਰਲੇ ਪਾਸੇ ਜਾ ਕੇ ਨਿਕਲ ਗਏ। ਜਿਵੇਂ ਇੱਧਰ ਹੈ ਸਾਡੇ ਜਰਮਨੀ ਦੇ ਫਰੈਂਕਫਰਟ ਦੇ ਨਾਲ ਓਫਨਬਾਖ ਦਾ ਉਹ ਦਰਿਆ ਪਾਰ ਕਰਨ ਵਾਲਾ ਉਹਨਾਂ ਨੇ ਹਾਲੇ ਤੱਕ ਉਹ ਸਿਸਟਮ ਇੱਕ ਰੱਖਿਆ ਕਿ ਉੱਥੇ ਪੁਲ ਕੋਈ ਨਹੀਂ, ਉੱਥੇ ਤੁਸੀਂ ਜਾਂਦੇ ਹੋ ਆਪਣੀਆਂ ਕਾਰਾਂ 'ਤੇ ਲੈਣ 'ਚ ਖਲੋਤੇ ਹੁੰਦੇ ਹੋ, ਅੱਗੋਂ ਉਹ ਠੇਲਣ ਵਾਲੀ ਬੇੜੀ ਜਿਹੜੀ ਇਹਨਾਂ ਦੀ ਬੜੀ ਸਿਸਟਮੈਟਿਕ ਹੈ, ਬੜੀ ਹਰ ਲਿਹਾਜ਼ ਨਾਲ ਉਹ ਮਹਿਫੂਜ਼ ਵੀ ਹੁੰਦੀ ਹੈ, ਉਹ ਆ ਜਾਂਦੀ ਹੈ, ਉਹਦੇ ਉੱਤੇ ਤੁਸੀਂ ਆਪਣੀਆਂ ਆਪਣੀਆਂ ਕਾਰਾਂ ਉਸੇ ਤਰ੍ਹਾਂ ਲੈਣ 'ਚ ਲੱਗੇ ਜਾਂਦੇ ਹੋ। ਅਤੇ ਜਿਵੇਂ ਜਿੰਨੀ ਕੁ ਦੇਰ ਟ੍ਰੇਨ ਦਾ ਫਾਟਕ ਬੰਦ ਹੋਣ 'ਤੇ ਲੱਗਦੀ ਹੈ ਤਕਰੀਬਨ ਇੰਨੀ ਕੁ, ਔਰ ਉਹਨਾਂ ਨੇ ਉਹਦੇ ਪੈਸੇ ਵੀ ਥੋੜ੍ਹੇ ਜਿਹੇ ਰੱਖੇ ਨੇ, ਮੇਰਾ ਹਾਲੇ 2-3 ਯੂਰੋ, ਅਤੇ ਬਲਕਿ ਇਸ ਤੋਂ ਵੀ ਸ਼ਾਇਦ ਘੱਟ ਨੇ। ਉਹ ਆਪਣੀਆਂ ਗੱਡੀਆਂ ਤੁਸੀਂ ਆਪਣੀ ਆਪਣੀ ਲਾਈਨ ਜਿਵੇਂ ਜਾਂਦੇ ਪਏ ਹੋ ਨਾ, ਜਿਹੜੇ ਲੈਫਟ ਹੈਂਡ ਰਾਈਟ 'ਤੇ ਤੁਸੀਂ ਸਾਈਡ 'ਤੇ ਜਾਂਦੇ ਪਏ ਹੋ, ਉਸੇ ਲੇਨ 'ਚ ਤੁਸੀਂ ਖਿਲਾਰੀ ਜਾਣੀਆਂ ਨੇ। ਅੱਗੇ ਜਾ ਕੇ ਉਹ ਜ਼ਿਆਦਾ ਤੋਂ ਜ਼ਿਆਦਾ ਮੇਰੇ ਖਿਆਲ 1-1.5 ਮਿੰਟ ਦੇ ਵਿੱਚ ਉਹ ਪੂਰਾ ਦਰਿਆ ਤੁਹਾਨੂੰ ਪਾਰ ਕਰਵਾ ਕੇ ਅਤੇ ਅਗਲੇ ਪਾਸੇ ਫਿਰ ਇੰਜ ਉਹਦੀ ਉਹ ਰੈਂਪ ਜਿਹਾ ਜਿਹੜਾ ਉਹ ਬਣਿਆ ਹੁੰਦਾ, ਤੁਸੀਂ ਆਪਣੀ ਗੱਡੀ 'ਚ ਬੈਠਿਆਂ ਬੈਠਿਆਂ ਟੋਰ ਕੇ ਪਰਲੇ ਪਾਸੇ ਉਤਰ ਜਾਂਦੇ ਹੋ ਜਾ ਕੇ। ਫਿਰ ਵੀ ਉਹਨਾਂ ਉਹਦੇ ਖੈਰ ਇਹਤਿਆਤ ਵੀ ਰੱਖੀ, ਉਹਦੇ ਨਾਲ ਲਾਈਫ ਜੈਕਟਾਂ ਵਾਲੇ ਬੰਦੇ, ਸਿਕਿਉਰਿਟੀ ਗਾਰਡ, ਸਾਰਾ ਕੁਛ, ਲੇਕਿਨ ਉਹਨਾਂ ਨੇ ਉਹ ਰਿਵਾਜ ਜਿਹੜਾ ਨਾ ਬੇੜੀ ਠੇਲਣ ਵਾਲਾ ਜਿਹੜਾ ਸੀ, ਇੱਕ ਪਾਸੋਂ ਇੱਕ ਪੱਤਣ ਤੋਂ ਦੂਜੇ ਪੱਤਣ ਤੱਕ ਲਿਜਾਣ ਵਾਲੀ, ਉਹਨੂੰ ਇੱਥੇ ਨਵੀਆਂ ਮੋਟਰਾਂ ਅਤੇ ਨਵੀਂ ਕਿਸਮ ਦੀਆਂ ਲੇਕਿਨ ਉੱਤੋਂ ਉਹ ਬੇੜੀ ਹੈ, ਮਗਰ ਉਹਦੇ ਅੰਦਰ ਮਸ਼ੀਨਰੀ ਜਿਹੜੀ ਹੋ ਜਾਂਦੀ। ਲੇਕਿਨ ਸਾਡੇ ਕੋਲ ਹਾਲੇ ਕਦੀ ਕਦੀ ਲੰਘੀ ਹੈ ਨਾ ਅਗਰ ਭੇਰੇ ਕੋਲੋਂ,
ਤੇ ਜਿਸ ਟਾਈਮ ਉਹ ਮੋਟਰਵੇ ਤੋਂ ਲੰਘਦਿਆਂ ਪਿਆ ਹੋਈਏ ਤੇ ਆਪਣਾ ਦੂਰ ਨਜ਼ਰ ਪਾ ਲਓ ਤੇ ਉਹ ਕਿਤੇ ਕਿਤੇ ਉਸ ਜੇਹਲਮ ਦੇ ਦਰਿਆ ਦਾ ਉੱਥੋਂ ਪਾਰਟ ਚੌੜਾ ਵੀ ਹੈ, ਇਲਾਕਾ ਵੀ ਉਸ ਤਰ੍ਹਾਂ ਜ਼ਿਆਦਾ ਡਿਵੈਲਪਡ ਨਹੀਂ ਹੈ, ਤੇ ਉੱਥੇ ਹਾਲੇ ਵੀ ਉਹ ਲੰਬੇ ਬਾਂਸ ਵਾਲੀ ਕੋਈ ਨਾ ਕੋਈ ਬੇੜੀ ਦਿਸ ਪੈਂਦੀ ਹੈ। ਮਤਲਬ ਜਦੋਂ ਤੱਕ ਮੈਂ ਆਇਆ ਕਦੀ ਨਾ ਕਦੀ ਦਿਨੇ ਅਗਰ ਲੰਘਦੇ ਪਿਓ ਵੀ ਮੋਟਰਵੇ ਤੋਂ ਤੇ ਇਸਲਾਮਾਬਾਦ ਵੱਲ ਮੂੰਹ ਹੋਵੇ ਤੇ ਖੱਬੇ ਪਾਸੇ ਵੇਖੋ ਤੇ ਦੂਰ ਤੱਕ ਉਹ ਬਾਂਸ ਵਾਲੀ ਬੇੜੀ ਜਿਹੜੀ ਪੱਤਣ ਵਾਲੀ ਬੇੜੀ ਹੈ ਉਹ ਹਾਲੇ ਵੀ ਨਜ਼ਰ ਆਉਂਦੀ ਹੈ। ਪੱਤਣਾਂ ਦੇ ਉੱਤੇ ਤਾਂ ਖੈਰ ਪੱਤਣ ਦਾ ਤਾਂ ਹੁਣ ਕਨਸੈਪਟ ਹੀ ਜਿਹੜਾ ਉਹ ਤਕਰੀਬਨ ਹੌਲੀ ਹੌਲੀ ਮੁੱਕਦਾ ਜਾਂਦਾ ਹੈ। ਖੁਸ਼ਾਬ ਕੋਲ ਜਿਹੜਾ ਸੀ ਪੱਤਣ ਉਹ ਵੀ ਪੁਲ ਬਣ ਗਿਆ ਮੇਰੇ ਖਿਆਲ, ਲੇਕਿਨ ਚਲੋ ਪੁਲਾਂ ਨਾਲ ਸਹੂਲਤਾਂ ਤਾਂ ਹਨ, ਲੇਕਿਨ ਉਹ ਜਿਹੜੀ ਉਸ ਜ਼ਮਾਨੇ ਦੀ ਗੱਲ ਹੁੰਦੀ ਗੱਲ ਹਾਲੀ ਮੈਂ ਇਹਨਾਂ ਦੇ ਸਰਾਇਕੀ ਖਾਣਾ ਵੱਲ ਟੁਰਨਾ ਸੀ, ਲੇਕਿਨ ਉਹਦੇ ਤੋਂ ਪਹਿਲਾਂ ਹੀ ਉਹ ਬੇੜੀ ਦੀ ਵਜ੍ਹਾ ਤੋਂ ਹੀ ਇੱਧਰ ਗੱਲ ਨਿਕਲ ਗਈ ਹੈ। ਉਹ ਮੈਂ ਪਹਿਲਾਂ ਪੇਸ਼ ਕਰ ਲਵਾਂ ਇਹਨਾਂ 'ਚੋਂ ਚੰਦ ਇੱਕ ਜਿਹੜੇ ਮੈਂ ਚੁਣ ਕੇ ਰੱਖੇ ਸਨ ਖਾਸ ਸਰਾਇਕੀ ਅਕਵਾਲੇ ਜ਼ਰਰੀਆਂ ਦੇ ਜੀ। ਅੰਨੇ ਦੇ ਮੁੱਖ ਤੋਂ ਤੇ ਬੇੜੀ ਦੀ ਧੁੱਪ ਤੋਂ ਤੇ ਸ਼ਾਦੀ ਦੀ ਭੁੱਖ ਤੋਂ ਮੌਲਾ ਅਮਾਨ ਦੇਵੇ। ਉਹ ਦੇਵੇ ਨਹੀਂ ਬੋਲਦੇ, ਡੇਵੇ ਬੋਲਦੇ ਨੇ। ਹੁਣ ਇਹ ਅੰਨੇ ਦਾ ਮੁੱਖ ਜਿਹੜਾ ਯਾਨੀ ਆਮ ਅਗਰ ਕੋਈ ਵਹਿੰਦਾ ਬੰਦਾ ਪਿਆ ਜਿਹੜਾ ਅੱਖਾਂ ਵਾਲਾ ਸੁਜਾਖਾ, ਜਿਹਨੂੰ ਨਜ਼ਰ ਆਉਂਦਾ ਹੋਵੇ ਉਹਨੂੰ ਵੈਸੇ ਪੰਜਾਬੀ 'ਚ ਸੁਜਾਖਾ ਆਉਂਦੇ ਨੇ, ਜਿਹਨੂੰ ਨਜ਼ਰ ਨਾ ਆਉਂਦਾ ਹੋਵੇ ਉਹਨੂੰ ਅੰਨਾ ਆਉਂਦੇ ਨੇ। ਅੰਨੇ ਦਾ ਆਪੋਜ਼ਿਟ ਵੀ ਜਸਟ ਇੱਕ ਲਫ਼ਜ਼ ਦੇ ਇਜ਼ਾਫੇ ਦੇ ਵਾਸਤੇ ਉਹਨੂੰ ਸੁਜਾਖਾ ਆਉਂਦੇ ਨੇ ਪੰਜਾਬੀ 'ਚ। ਤੋ ਅੰਨੇ ਦੀ ਮੁੱਖ ਤੋਂ ਯਾਨੀ ਸੁਜਾਖਾ ਬੰਦਾ ਤੁਹਾਨੂੰ ਮਾਰੇ ਤਾਂ ਭਾਵੇਂ ਉਸ ਕੌੜ ਨਾਲ ਹੀ ਮਾਰਿਆ, ਗੁੱਸੇ ਨਾਲ ਹੀ ਉਹ ਮੁੱਕ ਮਾਰਨਾ ਵੀ ਹੈ, ਤਾਂ ਵੀ ਉਹਦਾ ਕੋਈ ਪਤਾ ਤਾਂ ਹੈ ਨਾ ਵੀ ਉਹਨੇ ਕਿੱਥੋਂ ਮਾਰਨਾ। ਯਾਨੀ ਮਾਰਨ ਵਾਲੇ ਨੂੰ ਪਤਾ ਕਿ ਮੈਂ ਮਾਰਨ ਲੱਗਾ ਅਤੇ ਖਾਣ ਵਾਲੇ ਨੂੰ ਪਤਾ ਮੈਨੂੰ ਪੈਣ ਲੱਗਾ। ਉਹਦੇ 'ਚ ਫਿਰ ਵੀ ਥੋੜ੍ਹਾ ਜਿਹਾ ਇੱਕ ਜਿਹਨੂੰ ਆਉਂਦੇ ਨਾ ਇੰਟਰਨਲ ਰਿਫਲੈਕਸਿਸ ਕਿ ਯਾਨੀ ਤੁਹਾਨੂੰ ਅਗਰ ਅੱਖ ਉੱਤੇ ਕੋਈ ਸ਼ੈ ਪੈਣ ਲੱਗੇ ਤਾਂ ਅੱਖ ਆਟੋਮੈਟਿਕਲੀ ਰਿਫਲੈਕਸ ਐਕਸ਼ਨ ਦੇ ਤਹਿਤ ਖੁਦ ਬ ਖੁਦ ਇੰਝ ਬੰਦ ਹੋ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਜਿਸ ਵੇਲੇ ਆਮ ਦੋਵਾਂ ਨੂੰ ਦਿਸਦਾ ਪਿਆ ਹੋਵੇ ਅਤੇ ਸੁਜਾਖਿਆਂ ਦੀ ਲੜਾਈ ਹੋਵੇ, ਮੁੱਖ ਖਾਣ ਵਾਲਾ ਵੀ ਸੁਜਾਖਾ ਹੋਵੇ, ਮਾਰਨ ਵਾਲਾ ਵੀ ਸੁਜਾਖਾ ਹੋਵੇ, ਤਾਂ ਉਹਦਾ ਫਿਰ ਵੀ ਕੋਈ ਪਤਾ ਲੱਗਦਾ ਵੀ ਇਹ ਕਿੱਥੇ ਲੱਗਣਾ ਅਤੇ ਕੀ ਹੋਣਾ ਇਹਦਾ, ਜਾਂ ਇਹਦਾ ਰਿਪਰਕਸ਼ਨਸ, ਇਹਦੇ ਆਫਟਰ ਇਫੈਕਟਸ, ਇਹ ਸਾਰੀਆਂ ਚੀਜ਼ਾਂ ਉਹਦੇ 'ਚ ਮਤਲਬ ਸੈਕਿੰਡ ਦੇ ਵੀ ਛੋਟੇ ਜਿਹੇ ਹਿੱਸੇ 'ਚ ਸਮਝ ਆ ਜਾਂਦੀਆਂ ਨੇ ਬੰਦੇ ਨੂੰ। ਲੇਕਿਨ ਅੰਨਾ ਜਿਹੜਾ ਉਹਦਾ ਪੈਣਾ ਤਾਂ ਇੱਕ ਤਾਂ ਉਹਨੂੰ ਕੋਈ ਨਹੀਂ ਪਤਾ ਮੈਂ ਉਸ 'ਤੇ ਸਿਰਫ ਚਲਾਣਾ। ਅੰਨੇ ਦਾ ਮੁੱਖ ਜਿਹੜਾ ਉਹ ਔਰੀਆ ਮਕਬੂਲ ਜਾਣ ਦਾ ਪ੍ਰੋਗਰਾਮ ਹੀ ਹੁੰਦਾ ਕਿ ਉਹਨੂੰ ਪਤਾ ਕੋਈ ਨਹੀਂ ਅਤੇ ਅੱਗੋਂ ਜਾ ਕੇ ਜੋ ਨੁਕਸਾਨ ਵੀ ਉਹਦਾ ਹੋ ਜਾਏ ਉਹ ਅੱਗੋਂ ਪਾ ਜਾ ਆਪਣੀਆਂ ਕਰਨੇ ਆ। ਅੰਨੇ ਦੇ ਮੁੱਖ ਦੀ ਤਫਸੀਲੀ ਗੱਲ ਜ਼ਰਾ ਬਾਅਦ ਵਿੱਚ, ਲੇਕਿਨ ਮੈਂ ਪਹਿਲਾਂ ਇਹ ਗੱਲਾਂ ਪੇਸ਼ ਕਰ ਲਵਾਂ। ਅੰਨੇ ਦੇ ਮੁੱਖ ਤੋਂ ਅਤੇ ਬੇੜੀ ਦੀ ਧੁੱਪ ਤੋਂ। ਅੱਛਾ, ਹੁਣ ਇਹਦੇ 'ਚ ਵੇਖੋ ਟੈਕਨੀਕੈਲਿਟੀ ਕਿ ਖਾਸ ਗੱਲ ਇਹ ਵੇ ਕਿ ਜਿਸ ਵੇਲੇ ਆਮ ਤੌਰ 'ਤੇ ਤੁਸੀਂ ਮੁਸਾਫਰ ਸਫ਼ਰ ਪਿਆ ਕਰਦਾ ਕਿਸੇ ਵੀ ਸ਼ਹਿਰ 'ਤੇ ਪੈਦਲ ਜਾ ਰਿਹਾ, ਸਾਈਕਲ 'ਤੇ ਵੇ, ਜਿਵੇਂ ਵੀ ਪਿਆ ਜਾਂਦਾ, ਉਹਦੇ ਬਹਰਹਾਲ ਜਿੱਥੋਂ ਜਿੱਥੋਂ ਉਸ ਲੰਘਣਾ ਕੋਈ ਨਾ ਕੋਈ ਰੁੱਖ, ਕੋਈ ਦੀਵਾਰ ਦਾ ਸਾਇਆ, ਕੋਈ ਓਟ, ਕੋਈ ਨਾ ਕੋਈ ਸ਼ੈ ਬਹਰਹਾਲ ਹੋਣੀ ਹੈ ਜਿਹਨੇ ਧੁੱਪ ਨੂੰ ਡੱਕ ਲੈਣਾ, ਕਿਸੇ ਭਾਵੇਂ ਉਹ ਥੋੜ੍ਹੇ ਜਿਹੇ ਵਕਤ ਵਾਸਤੇ ਡੱਕੇ। ਸੈਰਾ ਦੀ ਵੀ ਠੀਕ ਹੈ, ਲੇਕਿਨ ਸੈਰਾ ਦੇ ਵਿੱਚ ਵੀ ਕੋਈ ਨਾ ਕੋਈ ਮਤਲਬ ਹੋਰ ਕੁਝ ਨਹੀਂ ਤਾਂ ਕਿਸੇ ਦੀ ਕੋਈ ਪੱਖੀ, ਕੋਈ ਝੁੱਗੀ, ਕੋਈ ਸ਼ੈ, ਕੋਈ ਕਰਕੂਟਾ, ਕੋਈ ਪੈੜੀ ਜੀ ਝਾੜੀ, ਕੁਝ ਨਾ ਕੁਝ ਬਾਹਰੋਂ ਉੱਥੇ ਆਉਣਾ। ਲੇਕਿਨ ਜਿਹੜਾ ਉਹ ਦਰਿਆ ਦੇ ਵਿੱਚ ਜਿਸ ਟਾਈਮ ਉਸ ਪੱਤਣ ਦੇ ਉੱਤੋਂ ਇੱਕ ਪੱਤਣ ਤੋਂ ਦੂਜੇ ਪੱਤਣ 'ਤੇ ਜਾਂਦੇ ਪਿਆ ਜਿਹੜਾ ਹੈ ਆਪਣਾ ਜਿਹੜੀ ਉੱਥੇ ਧੁੱਪ ਪੈਂਦੀ ਪਈ ਹੈ ਬੰਦਿਆਂ ਨੂੰ, ਔਰ ਫਿਰ ਉਹ ਪੈਂਦੀ ਵੱਜ ਕੇ ਪਈ ਹੈ। ਦੂਜੀ ਇਹ ਵੇ ਕਿ ਪਾਣੀ ਦੀ ਥੱਲੇ ਇੱਕ ਸਤਹ ਹੈ, ਉੱਥੋਂ ਮਤਲਬ ਹੈ ਕਿ ਉਹ ਇੱਦੋਂ ਉਦੋਂ ਵਾਲਾ ਵੀ ਸਾਰਾ ਲਿਸ਼ਕਾਰਾ ਪਰਤ ਕੇ ਤੁਹਾਡੇ 'ਤੇ ਹੀ ਹੈ। ਉਹ ਜਿਹੜੀ ਧੁੱਪ ਹੈ ਨਾ, ਔਰ ਫਿਰ ਉਹਦੇ 'ਚ ਤੁਸੀਂ ਇਹ ਵੀ ਨਹੀਂ ਕਿ ਭੱਜ ਕੇ ਇੰਝ ਹੋ ਜਾਓ ਜਾਂ ਆਪਣੀ ਸਪੀਡ ਵਧਾ ਲਓ ਅਤੇ ਤੁਹਾਨੂੰ ਹਵਾ ਵੱਜ ਜਾਏ। ਬੇੜੀ ਨੇ ਆਪਣੀ ਸਪੀਡ 'ਤੇ ਰਹਿਣਾ ਅਤੇ ਤੁਹਾਨੂੰ ਉਹ ਧੁੱਪ ਵੱਜ ਕੇ ਲੱਗਣੀ ਔਰ ਤੁਸੀਂ ਉਹਨੂੰ ਸਹਿਣ 'ਤੇ ਮਜਬੂਰ ਹੋ। ਉਹਦਾ ਤੁਹਾਡੇ ਕੋਲ ਵੇ ਆਊਟ ਕੋਈ ਨਹੀਂ। ਇਸ ਵਾਸਤੇ ਆਉਂਦੇ ਨੇ ਜੇ ਅੰਨੇ ਦੇ ਮੁੱਖ ਤੋਂ ਅਤੇ ਬੇੜੀ ਦੀ ਧੁੱਪ ਤੋਂ ਅਤੇ ਸ਼ਾਦੀ ਦੀ ਭੁੱਖ ਤੋਂ। ਯਾਨੀ ਉੱਥੇ ਹੁਣ ਖਾਣਿਆਂ ਦੀ ਤਾਂ ਕਮੀ ਕੋਈ ਨਹੀਂ, ਅਤੇ ਜੇ ਉੱਥੇ ਵੀ ਭੁੱਖੇ ਰਹਿ ਜਾਓ ਅਤੇ ਘਰੋਂ ਖਾ ਕੇ ਕੋਈ ਨੂੰ ਟੁਰੇ ਅਤੇ ਅਗਲਿਆਂ ਪੱਕਾ ਕੁਝ ਚੱਜਾ ਇੰਤਜ਼ਾਮ ਕੀਤਾ ਅਤੇ ਉਸ ਵੇਲੇ ਫਿਰ ਜਿਹੜੀ ਭੁੱਖ ਲੱਗਦੀ ਉਹਦਾ ਵੀ ਜਵਾਬ ਕੋਈ ਨਹੀਂ ਹੁੰਦਾ। ਫਿਰ ਆਉਂਦੇ ਨੇ ਜੀ ਕਿ ਸਿਆਸੀ ਦੇ ਕੂੜ ਤੋਂ ਅਤੇ ਮਿਰਾਸੀ ਦੇ ਮੂੜ ਤੋਂ ਅਤੇ ਥ੍ਰੈਸ਼ਰ ਦੀ ਧੂੜ ਤੋਂ ਮੌਲਾ ਪਨਾਹ ਦੇਵੇ। ਅੱਛਾ, ਆਮ ਤੌਰ 'ਤੇ ਵੇਖਿਆ ਹੋਣਾ ਵੀ ਧੂੜ ਘੱਟਾ ਮਿੱਟੀ ਹੁੰਦਾ, ਲੇਕਿਨ ਉਹ ਇੰਝ ਨਹੀਂ, ਉਹਦਾ ਪ੍ਰੈਸ਼ਰ ਇੰਨਾ ਨਹੀਂ ਹੁੰਦਾ ਜਿੰਨਾ ਥ੍ਰੈਸ਼ਰ ਦੀ ਧੂੜ ਦਾ ਹੁੰਦਾ। ਉਹ ਤਾਂ ਮਤਲਬ 4-4 ਕਿੱਲੇ, ਬਲਕਿ ਅਗਰ ਇੱਕ ਥਾਂ 'ਤੇ ਥ੍ਰੈਸ਼ਰ ਚੱਲਦੀ ਪਈ ਹੋਵੇ ਤਾਂ ਦੂਰ ਤੱਕ ਉਹਦਾ ਬਾਜ਼ ਦਫਾ ਅੱਧੇ ਮੀਲ ਤੱਕ ਉਹਦੀਆਂ ਜਿਹੜੀ ਹੈ, ਔਰ ਉਹ ਧੂੜ ਜਿਹੜੀ ਹੈ ਉਹਦੇ ਅੰਦਰ ਚੂੰਕਿ ਗਲੇ ਨੂੰ ਪੈਣ ਵਾਲੇ ਉਹ ਵਿੱਚ ਕਸੀਰ ਹੁੰਦਾ ਕਣਕ ਦਾ, ਅਤੇ ਉਹਦਾ ਹਾਲ ਹੀ ਕੋਈ, ਤੁਹਾਨੂੰ ਗਲੇ ਨੂੰ ਵੀ ਚੁਭਣਾ, ਅਤੇ ਜੇ ਤੁਹਾਨੂੰ ਪਸੀਨਾ ਤਾਂ ਜ਼ਾਹਿਰ ਉਸ ਮੌਸਮ 'ਚ ਉਂਝ ਹੀ ਆਇਆ ਅਤੇ ਉਹ ਤੁਹਾਨੂੰ
जिसम ते भी उस पट्टना तुहानूं। ते ओह इस वास्ते सियासी दा कूड़ है कि सियासी दे थल्ले प्लेटफार्म हुंदा है। सियासी बंदा जिहड़ा ओहदी गल जिहड़ी ओह दूर तक जानी और ओहदे झूठ नूं कुछ अरसा बहरहाल सर्वाइव करके जिन्ना चिर ओहदा झूठ चलदा रहना उन्ना चिर तुहाडा ओह बेड़ी मिण जानी उस तुहाडा नुकसान कर जाना है उन्हें बहरहाल। ਉਹਦਾ ਜਿਹੜਾ 73-74 ਤੋਂ ਜਿਹੜਾ ਸਿਆਸੀ ਝੂਠ ਵੱਜਿਆ ਅਸੈਂਬਲੀ 'ਚ ਉਹ ਹੁਣ ਜਿਨ੍ਹਾਂ 'ਤੇ ਪਈ ਹੈ ਉਹਨਾਂ ਨੂੰ ਪਤਾ ਹੈ ਨਾ ਕਿ ਉਹਦਾ ਮਾਰਿਆ ਝੂਠ ਹੈ, ਕੀਤੀ ਬਦਦਿਆਂਤੀ, ਹੋਇਆ ਜ਼ੁਲਮ ਹੈ, ਲੇਕਿਨ ਉਹ ਚੂੰਕਿ ਕੂੜ ਹੈ ਸਿਆਸੀ ਦਾ, ਸਿਆਸੀ ਦੇ ਕੂੜ ਤੋਂ ਅਤੇ ਮਿਰਾਸੀ ਦੇ ਮੂੜ ਤੋਂ ਉਹ ਵੀ ਇਹੀ ਹੈ ਕਿ ਗੱਲ ਉਹਦੀ 16 ਆਨੇ ਵੀ ਗਲਤ ਹੋਵੇ ਲੇਕਿਨ ਉਹਦੀ ਆਪਣੀ ਤਬੀਅਤ ਔਰ ਉਹਦਾ ਮੂਡ ਠੀਕ ਨਹੀਂ ਹੈ ਅਤੇ ਕੋਈ ਗੱਲ ਉਹਨੂੰ ਪੁੱਠੀ ਕਰ ਬੈਠੇ ਤਾਂ ਉਹ ਸਾਰੀ ਜ਼ਿੰਦਗੀ ਅਤੇ ਸਾਰੀਆਂ ਬਰਾਦਰੀਆਂ 'ਚ ਤੁਹਾਨੂੰ ਭੰਡ ਛੱਡਣਾ ਉਸ। तो सियासी दे कूड़ तों तो मिरासी दे मूड़ तों ते थ्रैशर दी धूड़ तों मौला आखे पनाह देवे। अगे सारियां तो मेरा मतलब कि मैं नहीं लैके चल सकता कोई इन्हां चों वनगी दे तौर ते कि नशइयां दी टोली तों, ओडां दी बोली तों ते पिनने दी झोली तों मौला पनाह देवे। नशइयां दी टोली यानी उन्हां दे कोल सिर्फ एक काम है करने वास्ते सारियां दे कोल और एक ही उन्हां दी वजह है इकट्ठ है और वो नशा और उहदे नतीजे च उन्हां टुन्न ते गोटी होना ना उस दे बाद उन्हां च कोई काम दी गल या लभनी या उन्हां दा कोई प्रोजैक्ट या उन्हां दा कोई वर्केबल ऑप्शन या कोई लम्मा सोचना और ऐसा सोच के जिहदे उत्ते अगे जाके काम हो सकते होण इहो जी तो कोई उम्मीद उन्हां दे कोल रखनी फजूल है ना। उन्हां दी नशइयां दी टोली तों, ओडां दी बोली तों क्योंकि वो आपस में एक दूजे को समझा लेंदे ने लेकिन चूँकि उन्हों का आबादी नाल ताल्लुक ही कोई नहीं हुंदा, वो रहिंदे ही बाहर ने मतलब जदों भी तो उन्हों की जिहड़ी बोली है वो तुहाडे वास्ते निरी गलत फहमी का समान है। बाकी मतलब कि इंज नहीं भी जिवें आम बंदे गल करनी है तो तुसां उहदे चों कुछ ना कुछ मतलब अखज़ करके तुहानूं कोई परता दे लेना या उहदी गल समझ जानी है वो और प्लस वो बोलते भी एडा मतलब है कि उच्चा और एक बेसुरापन भी है उहदे ते दूजे नंबर ते उहदे चों कोई तुहानूं क्योंकि उन्हें डंग टप्पा जरूरत वास्ते बोली है ना उन्होंने किन्ने क अगे कदी कोई मफहूम अदा कीते ने जिहड़े उन्हां दी उस बोली ने कर लैणे होण। आखे नशइयां दी टोली तों, ओडां दी बोली तों ते पिनणे दी झोली तों। झोली जिहड़ी है वो होवे सही इंसान दे नाल थैला या उहदे कोल कुछ ना कुछ उहने बेशक मोढे ते पाया होवे लेकिन अल्लाह करे शाला वो कदी पिनण वाला ना होवे, किसी नाल कम ना होवे, किसी दा गोचरा जिन्हों आंदे ने पंजाबी च वो ना होवे, मुहताजी दी हालत जिहड़ी है उहदे तो अल्लाह ताला बचाए। उस दे बाद एक होर पेश कर देना बाकी फिर अली फिलहाल रख लेने। आखे जी बूहे दी बेर तों ते थल दे हनेर तों ते हाथी दे पैर तों मौला पनाह देवे। अच्छा ये पैर नूं जिन्हों असीं पंजाबी च आम तौर ते पैर आने वो सराइकी च उन्होंने पेर आंदे ने ते बेर वही बूहे दे उत्ते बेर यानी वो बंदे बंदे उन्होंने वट्टा मारना जेड़ा लंघना उस एक बारी खलो के उत्ते जेड़े डिगे ने वही चुगण दे बहाने तुहाडे वास्ते वो निरी नॉनसेंस हर वक्त दा एक जेड़ा ना मुकाला ही है। ते बूहे दी बेर तों ते थल दे हनेर तों। अच्छा वो थल दा हनेर जेड़ा वो ये वे कि चूँकि मोटी रहे तो पैनी सीधी अखां च ते कन्नां च ते सिर च बल्कि जिस वेले वो हनेर झुल पैना तो वह कोई टाइम तो है कोई नहीं तो उन्हें बंद भी अपनी मर्जी नाल होना तो इंसानां दा जो शाम दे रोटी का टाइम है तो वह फिर बगैर रेत तो तुसां कोई नहीं खानी वो तुसां रेत नाल ही खानी है जो कुछ भी तुसां पकाया है। हत्ता कि जे थोड़ी जी बेहतियाती होवे तो वह कुन्नियां दे अंदर हांडियां दे विच भी वही हाल होया हुंदा है। जिहड़ी चंगेरा ने वो भी उस तरह मिट्टियों मिट्टी मतलब मिट्टी तो नहीं वो हुंदी है मोटे दाने की रेत और चली हुंदी है चूँकि हनेरी नाल ਉਹਦੇ ਤੋਂ मफर कोई नहीं ਉਹਦੇ ਤੋਂ वे आउट कोई नहीं। ये वो मुख्तलिफ उन्हें अपनी वासियों ਦੀਆਂ हालतां दसियां ने कि जिन्हां दे विच तुहाडे नाल जदों चल रही हुंदी है सूरत हाल तुहाडा उत्थे गुजारा कोई नहीं हुंदा। हुण ਉਹ ਜਿਹੜਾ शुरू च मैं गुजारिश कीती सी अन्ने दा मुक यानी ओरिया मकबूल जान दी गुफ्तगू क्योंकि अन्ने दा मुक मैं इस वास्ते आना कि जिस वेले ये हाली रिटायर नहीं सन होए मौसूफ तो आखिरी इन्हां दी रिटायरमेंट तो पहलां दी जिहड़ी आखिरी पोस्टिंग सी वो SNGAD दे विच सैकटरी सन पंजाब सिविल सैकरीटेरिएट च
ਔਰ ਉਸ ਵੇਲੇ ਮਰਸੀ ਪਟੀਸ਼ਨ ਵਾਲਾ ਜਿਹੜਾ ਹੁੰਦਾ ਰਹਿਮ ਦੀ ਜੇਲਾਂ ਵਾਲਾ ਸ਼ੋਭਾ ਉਹ ਵੀ, ਔਰ ਇਸ ਤਰ੍ਹਾਂ ਜਿਹੜਾ ਇੱਕ ਖਾਸ ਸੈਗਮੈਂਟ ਇਹਨਾਂ ਦੇ ਹਿੱਸੇ 'ਚ ਸੀ ਉਹ ਹੈ ਸੀ, ਲੇਕਿਨ ਇਹਨਾਂ ਦਾ ਰਾਈਟਰ ਦਾ ਜਾਂ ਕਾਲਮ ਸ਼ਾਲਮ ਲਿਖਦੇ ਸਨ। ਅਤੇ ਉਹਨਾਂ ਦਿਨਾਂ 'ਚ ਮੇਰੀ ਇੱਕ ਪ੍ਰੋਜੈਕਟ ਸੀ ਰਿਸਰਚ ਦਾ, ਉਰਦੂ ਕਾਲਮ ਨਿਗਾਰੀ ਦੇ 50 ਸਾਲਾਂ ਦਾ ਅਦਵਾਰੀ ਮੁਤਾਲਿਆ। ਉਹਦੇ 'ਚ ਮੈਂ PhD ਦੇ ਥੀਸਿਸ ਨੂੰ ਅਸਿਸਟ ਕੀਤਾ, 2.5 ਸਾਲ ਦਾ ਪ੍ਰੋਜੈਕਟ ਸੀ। ਅਤੇ ਉਸ ਦੌਰਾਨੀਏ 'ਚ ਜਿਹੜੇ ਵੀ ਉਸ ਦਹਾਈ ਦੇ ਵਿੱਚ ਰਾਈਟਰ ਫਾਲ ਕਰਦੇ ਸਨ ਜਾਂ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਨਾਮ ਆਉਂਦੇ ਸਨ, ਉਹਨਾਂ ਨੂੰ ਜਾ ਕੇ ਮਿਲਣਾ ਵੀ ਸੀ, ਇੰਟਰਵਿਊ ਵੀ ਕਰਨਾ ਸੀ, ਗੱਲਬਾਤ ਵੀ ਕਰਨੀ ਸੀ। ਅਤਾਉਲ ਕਾਸਮੀ ਸਾਹਿਬ, ਇਹ ਮੁੰਨੂ ਭਾਈ ਸਨ, ਮਤਲਬ ਔਰੀਆ ਮਕਬੂਲ ਜਾਨ, ਜਾਵੇਦ ਚੌਧਰੀ, ਇਹਨਾਂ ਸਾਰਿਆਂ ਨਾਲ, ਇੰਤਜ਼ਾਰ ਹੁਸੈਨ, ਇਹਨਾਂ ਨਾਲ ਮਿਲਣਾ ਪਿਆ ਔਰ ਹਰ ਇੱਕ ਨੇ ਆਪਣੇ ਆਪਣੇ ਰੰਗ ਦੱਸੇ। ਅੱਛਾ, ਉਸ ਟਾਈਮ ਮੌਸੂਫ ਅੱਛੀ ਮਤਲਬ ਕਿ ਹਾਫ ਬਾਜ਼ੂਆਂ ਦੀ ਟੀ ਸ਼ਰਟ ਅਤੇ ਇੱਕ ਸੋਹਣਾ ਨਾਤਾ ਧੋਤਾ, ਦਾੜੀ ਵਿੱਚ ਕਤਰਾਵੀਂ, ਉਸ ਦਾੜੀ ਦੇ ਉੱਤੇ ਕਿਸੇ ਮੁਲਾਈਅਤ ਦਾ ਇੰਜ ਕਰਕੇ ਗੁਮਾਨ ਨਹੀਂ ਸੀ ਹੁੰਦਾ, ਪਰ ਠੀਕ ਹੈ ਦਾੜੀ ਮਤਲਬ ਅਗਲੇ ਰੱਖੀ ਹੈ ਜਿੰਨੀ ਪੂਰੀ ਕਤਰਾਵੀਂ ਜੀ। ਗੱਲਬਾਤ ਵੀ ਸੋਹਣੀ ਕਰਦੇ ਸਾਂ। ਕੋਈ ਉਹਦੇ 'ਚ ਮਤਲਬ ਮੈਂ ਦੱਸਿਆ ਵੀ, ਮੈਂ ਮਤਲਬ ਮੇਰੇ ਰੱਬੇ ਦੇ ਓਰੀਜਨ ਦਾ ਵੀ ਪਤਾ ਸੀ, ਐਜ਼ ਏ ਅਹਿਮਦੀ ਵੀ ਕੋਈ ਇਹਨਾਂ ਨੂੰ ਯਾਨੀ ਹੁੰਦਾ ਨਾ ਕਿ ਪਿੱਪਣ ਤਪ ਗਈ ਹੈ ਜਾਂ ਮੱਥਾ ਲਾਲ ਹੋ ਗਿਆ। ਬਲਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਇਹਨਾਂ ਨੂੰ ਦੱਸਿਆ ਸੀ ਕਿ ਜੇਲ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਉੱਤੇ ਇੱਕ ਰਜਿਸਟਰ ਭਰਿਆ ਹੈ ਮੇਰੇ ਕੋਲ, ਕਿ ਜਿਹੜੀ ਜੇਲ੍ਹ ਦੀ ਇਨਸਾਈਡ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਹੋਣ ਦੀ ਜ਼ਰੂਰਤ ਹੈ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ। ਜਿਸ ਤਰ੍ਹਾਂ ਮਾਡਲ ਵਿਲੇਜ ਹੁੰਦੇ ਨੇ, ਦੂਸਰੇ ਤੀਸਰੇ ਐਸੇ ਮਾਡਲ ਸਕੂਲ ਨੇ, ਮਾਡਲ ਇੰਸਟੀਟਿਊਟ ਨੇ, ਡਿਸਪੈਂਸਰੀਜ਼ ਨੇ, ਹੌਸਪੀਟਲਸ ਨੇ, ਇਸੇ ਤਰ੍ਹਾਂ ਹੁਣ ਜੇਲ੍ਹਾਂ ਇੱਕ ਇਦਾਰੇ ਦੇ ਤੌਰ 'ਤੇ ਮੌਜੂਦ ਨੇ, ਲੇਕਿਨ ਉੱਥੇ ਹਾਲ ਇਨਸਾਨਾਂ ਦਾ ਕੋਈ ਨਹੀਂ। ਉਹਦੇ ਅੰਦਰ ਵਿਦਿਨ ਜੇਲ੍ਹ ਜਰਾਇਮ ਦੀ ਜਿਹੜੀ ਸੂਰਤ ਹਾਲ ਹੈ ਉਹ ਵੀ ਬਹੁਤ ਖਤਰਨਾਕ ਹੈ। ਕਿਸ ਤਰ੍ਹਾਂ ਉਹਦੇ ਅੰਦਰ ਡਰੱਗਸ ਔਰ ਮਨਸ਼ਿਆਤ ਅੰਦਰ ਜਾਣੀਆਂ ਨੇ, ਫਿਰ ਉਹਨਾਂ ਦੇ ਉੱਥੇ ਦੁਕਾਨਾਂ ਬਣੀਆਂ ਨੇ, ਫਿਰ ਇੱਕ ਸਿਲਸਿਲਾ ਚੱਲਿਆ। ਇਹਦੇ 'ਚ ਕੋਈ ਮਤਲਬ ਓਪਨ ਸੀਕਰੇਟ ਨੇ, ਸਾਰਿਆਂ ਨੂੰ ਪਤਾ ਇਹਨਾਂ ਚੀਜ਼ਾਂ ਦਾ। ਤੋ ਪਲੱਸ ਉੱਥੇ ਇਨਸਾਨਾਂ ਦੀ ਹਿਫਜ਼ਾਨ ਸਿਹਤ ਦਾ ਕੋਈ ਹਾਲ ਨਹੀਂ, ਫਿਰ ਉਹਨਾਂ ਦੇ ਜਿਹੜੇ ਆਮ ਇਨਸਾਨ ਦੇ, ਮੁਜਰਮ ਦੇ ਵੀ ਕੁਝ ਇਨਸਾਨੀ ਹਕੂਕ ਨੇ, ਸਾਰੀਆਂ ਗੱਲਾਂ ਉੱਧਰ ਉਹਨਾਂ ਨਾਲ ਉਹਦੇ ਦਫ਼ਤਰ 'ਚ ਹੀ ਹੋਈਆਂ। तो बड़ा इन्होंने आख्या नहीं जी बस इधर से मैं फ़ारिग होता हूँ, फिर इस पे काम करने की वाकई ज़रूरत है। मेरे जहन च मेरे फरिश्तियां भी नहीं सी कि ये यानी इस काबलियत और इस तरह पढ़िया लिखा बंदा ये कल नूं ऐसे यानी दानिश और इंटलैक्चुअलिज्म के नाम के उत्ते ऐसी जहालत इस शख्सियत को सरजद होनी है। लेकिन वो हुई, लेकिन बाद सोचा भी ਉਹਦੀ वजह है कि अगर वो इन्हां चीज़ों से काम करते हुण असीं उंगारा प्रोग्राम शुरू किया, तुसीं अंदाज़ा लाओ कि 4 या 5 महीने टोटल हाली तक 20 प्रोग्राम होए ने, हुण शायद 21 चल रहा अज वाला। और कल नूं अगर पंजाबी जुबान दे विच अखाण दे विच दोड़े माइए दे हवाले नाल इहदे बाकियां जितनी खिदमत जुबान दी या उहदे बाज़ नवे अल्फाज का इजाफा, पब्लिक नूं उहदे उत्ते ट्यून करना, हाले सानू उन्होंने दोस्तों के भी फोन आते हैं, बाज़ के राबते कोई कॉमेंट्स के दसते हैं कि मैं अद्धा, एक ने कल दसिया मैंने कि मैनू ये 33% समझ आती है, लेकिन मैं बहरहाल सुनी जा रहा। मैं उन्होंने आख्या सुनते रहो, जुबाना का यही तरीका होंदा कि ये सुन के आउंदियां ने समझ, सुनने के बाद फिर इसका तुसीं थोड़ा जिहा समझ आ जाती है कि अच्छा इहदा ये मतलब हो सकता है। हौली हौली हो सकता जिहड़ा किसी अगले गुफ्तगू साबित होंदा है कि वो जिहड़ा हो सकता है वो प्रूव हो जाता है कि हाँ यही है। सो ये लर्निंग का जिहड़ा प्रोसैस है बिल्कुल वही है कि बच्चे का जिहड़ा प्रोसैस होंदा ना कि वो पहले 2 3 4 साल इर्द गिर्द माहौल तो सुनता है, माँ प्यो तो सुनता है, जिवें आवाज़ां लग रही ने, जो उन्हों का मफहूम लिया जाता है, काफ़ी तफसीली औखा काम है, छोटा काम नहीं लर्निंग जिहड़ी है। इस तरह जिहड़ा तुसीं कोई देर पा और दूर मार काम करके मरना है, दुनिया तो जाना है, वो काम इंज नहीं हुंदा भी अज तुसीं शुरू किया, कल तुहानूं शोहरत मिली, परसों वो पैसे भी लभण लग पे, तो अगले दिन जनाब तुसीं उहदी एम्पायर के उत्ते, उस कम्यूनीकेशन और मीडिया की एम्पायर के उत्ते और रूल करन लग पे हो। उस दे बाद आने वाली नस्लां तुहाडे उस अपॉर्चुनिज्म नूं कल नूं एक एकेडैमिक ट्रुथ का नाम दे देण, एक पढ़ी लिखी वड्डी गल समझण, जिन्होंने आइंदा जमाने जिहड़े ने वो निगेट ना कर सकण, उसका इनकार ना कर सकण, बल्कि उस चीज़ नूं पढ़ के तो शुक्र करन कि यार तुसां बड़ा काम कीता। प्रवाजी साहब ने 4 जिल्दां दे विच हुण तक डॉक्टर परवेज़ प्रवाजी ने बुढ़ापे दे विच उर्दू जुबान की 100 तो ज़्यादा, बल्कि काफ़ी मतलब मुअय्यन तादाद नहीं मेरे इल्म, लेकिन बार सैकड़ों सवाने उमरियां ऑटोबायोग्राफीज़ जिहड़ियां ने खुद नविश्त, उन्होंने दे उत्ते उन्होंने काम किया, हाले तक किसी ने पता ही कोई नहीं।
यानी चंद स्कॉलर्स ਨੂੰ पता है कोई किताब 1000 छप जाती होगी, 2000 छप जाती होगी, वो कुछ लाइब्रेरियां चली गई, कुछ बंदे पता चलिया, अहले इलम ਨੂੰ पता है कि कितना वड्डा काम हो गया। लेकिन ये जी है ना कि भी रोज़ बह जान हुण परवाज़ी साहब तो उस दे बाद एक उन्होंने सामने नौजवान बह जाए, वो लभ के मजहबी कठ मलाइयत के उत्ते और इंसानां दे उत्ते जबर नाफिज करन दे इस्लामी माखज़ तलाश करन दा पहला उन्होंने रिसर्च की होवे। नियो TV होर की कर रहा, उन्होंने कोल वेचण वास्ते होर किहड़ी शै है? तुसी वेखो जिहड़ा प्रोग्राम उन्होंने अहमदियां ते करना है और अहमदियां दी परसीक्यूशन नूं लैजिटिमाइज़ करन ते जिहड़ा उन्होंने प्रोग्राम करना है, ਉਹਦੇ ਉਸੇ ਵੇਲੇ ਅੱਜ ਅਪਲੋਡ ਕਰਨਗੇ, ਕੱਲ੍ਹ ਨੂੰ ਉਹਨਾਂ ਨੂੰ ਰੇਟਿੰਗ ਵੀ ਲੱਭ ਰਹੀ ਹੋ, ਅੱਧਿਓਂ ਜ਼ਿਆਦਾ ਤਾਂ ਉਹਨਾਂ ਨੂੰ ਅਹਿਮਦੀ ਵੇਖ ਰਹੇ ਨੇ ਵੀ ਇਹਨਾਂ ਖੱਚ ਕੀ ਮਾਰੀ ਹੋਵੇਗੀ, ਇਹ ਵੀ ਤਾਂ ਪਤਾ ਲੱਗੇ ਵੀ ਇਹਨਾਂ ਨੇ ਕੀ ਕੀ ਚਵਲਾਂ ਇੱਥੇ ਮਾਰੀਆਂ ਨੇ। ਲੇਕਿਨ ਉਹ ਮਾਰੀ ਜਾ ਰਹੇ ਨੇ, ਅੰਨੀ ਪੀਵੀ ਜਾ ਰਹੀ ਹੈ, ਕੁੱਤੇ ਖਾਧੀ ਜਾ ਰਹੇ ਨੇ। ਇਹ ਜਿਹੜਾ ਹਿਸਾਬ ਹੁੰਦਾ ਇਹਦੇ ਵਿੱਚੋਂ ਜੇ ਤੁਸੀਂ ਕੱਲ੍ਹ ਨੂੰ ਆਖੋ ਨਾ ਕਿ ਤੁਸੀਂ ਕੋਈ ਮੋਤੀ ਤਲਾਸ਼ ਕਰ ਲੈਣੇ ਨੇ ਔਰ ਤੁਸੀਂ ਕੋਈ ਬੜਾ ਨਸਲਾਂ ਤੇ ਇਹਸਾਨ ਝਾੜ ਲਿਆ, ਇਹ मतलब मेरी गलतफहमी हुई सी उस मुलाकात कि अच्छा, और वो फिर बाद जो इन्होंने चीज़ां वेखियां, जो इन्होंने अपना इनसाइड आउट रखा अंदर की सी बोले तो पता लगा ना। अंग्रेज़ी का एक शायर उन्हें अपनी महबूबा मुखातिब करके आखे, यू स्पीक सो दैट आई कैन सी यू, भाई तू बोल तो मैंने तेरा पता लगे भी तू की। इस तरह ही हुण औरिया मकबूल जान जिहड़े ने वो जनाब मौसूफ बोले ने तो पता चलिया कि अच्छा। फिर अगली गल कि साडे ते चलो ये वे कि साडे तो पुले बालते हैं, उन्होंने कोई चंगी मतलब उन्होंने मूँह गल निकलनी कोई नहीं, झूठ मारना है, मुनाफकत करनी है, परसिक्यूशन नूं लैजिटिमाइज़ करने वास्ते अपना किरदार अदा करना है, और वो बड़ी मेहनत नाल कर रहे हैं। लेकिन जिन्हां दे वो है ने, जिन्हां दे उत्ते अहमदी दा ठप्पा कोई नहीं, जिहड़े अहमदी है ही नहीं ने, जिन्हां नूं वो टारगेट भी नहीं कर रहे, वो उन्हां दे नाम वन सोने धरी आउंदे ने। वो उन्हां नूं ओरिया नहीं आंदे, उन्हां नूं उरिया मकबूल जान आंदे। इस वास्ते ये अपनी क्रेडिबिलिटी तो बहरहाल उन्होंने भी पता है कोई नहीं साढ़े को। लेकिन मेरा ख्याल है कि रिटायरमेंट के बाद उन्हें यही समझा कि यह ही एक ऑप्शन है साढ़े को कि जिउंदियां जिउंदियां जिहड़ा ना थिएटर ला के वो जिवें भंड पुणा वो करके तो मर जावां, यही ऑप्शन है। तो भाई तुसी करो, साढ़े वास्ते तो तुसी पहले कोई नो। असा तुहाडे तो पहला शोरश कश्मीरी दियां शोरशां वेखियां ने। मौलाना जफर अली खान जैसा बंदा उन्हें मुखालफत के उत्ते अपने आप नूं वक्फ कीती रखिया, की फर्क पै गया? मोहम्मद हुसैन बटालवी उन्हें कसम खा के जम्मिया सी गोया कि इन्हें अहमदियों के खिलाफ ही जिंदगी गुजारी, की फर्क पै गया? होर तो होर रह गया। वो अगे कल मैंने किसी आख्या यार प्रोग्राम के आर्मी चीफ का जिक्र हो गया, मैं आख्या आर्मी चीफ तो मैं गल करा तो कोठे ते गां चढ़ जाती है। और जिदा दिल करे वो आर्मी चीफ को घसीट के विच ले आवे कि आर्मी चीफ जिहड़ा वो इन्हां दे स्क्रू टाइट करे, इन्हां दे उत्ते जिंदगी औखी करन दे विच अपना किरदार अदा करे। उहदा की किरदार? फौज लै के आ जाए साडे उत्ते। मतलब सियासी तौर पर तो खच वजी ही पई है, सियासी तौर पर तो बेईमानी हुंदी ही पई है। सियासी वज़राए आज़म भी वही हरकतां कर रहे हैं। हुण को तुहानूं ख्वाहिश की है हुण जी आर्मी चीफ भी तुहाडे नाल लग पवे, की करे आर्मी चीफ? अच्छा वो गल मैं कल कीती माड़ी जी, वो किसी आख्या जी आर्मी चीफ का जिक्र होया, मैं आख्या जी आर्मी चीफ का की मतलब असी जिहड़ा एक आर्मी चीफ तो बहरहाल गुजरिया ना, जनरल ज़ियाउल हक जिहड़ा आर्मी चीफ भी सी, वो सदर पाकिस्तान भी सी, मार्शल लॉ एडमिनिस्ट्रेटर भी सी। उन्हें सिरों पैरों ला के अपनी तोड़ मुखालफत की और वो मतलब ऑन द रिकॉर्ड अल्फाज ने कि मैं कादियानियत वाला कैंसर खत्म करके छड़ना। तो असी तो सारियां ठंडियां सुबड़े हंडाई बैठे हैं, असी भूत ही बैठे हैं। साडा जिहड़ा ना ओरिया मकबूल दे एक प्रोग्राम नाल या उधरों को लग पवे नदीम मलक लैके किसी फैडरल मिनिस्टर नूं बह जाए, इहदे नाल हुण फर्क नहीं पैंदा। गल सिर्फ इन्नी है, तुसीं ये वेखो साडे नाल तुसां की करना है तो साडा तुसां बिगाड़ना की है तो साडा तुहाडे कोल बिगड़ना भी की है। जे कुछ करन जोगे हुंदे तो तुहाडे इस वक्त पिस्सू नहीं सन पए होने। ये जिहड़ी जगह जगह तो तकलीफ उठती है ना कि हुण वो जी ताहा कुरैशी एक जिहड़ा तुहाडा अपना ब्रिटिश एम्पायर दा पार्लीमेंट है, पार्लीमेंटेरियन ओहदी आखी हदीस हो जाती है, तो जिहड़ा कोई अहमदी कादी अपना पाकिस्तानी निजाद पार्लीमेंटेरियन है ओहदी आखी जिहड़ी वो झूठ हो जाती। ये जिहड़ा ना ओहदा बघियाड़ वाला रवैया कि पानी भी तुहाडे लों आवे तो गंदा जिहड़ा वो बकरा पिया करदा, ये अगे बड़ा चिर चलता रहा। हुण ये नहीं चल सकता, हुण ये मुश्किल है। उसकी वजह है कि अच्छा जी ओरिया मकबूल जान अपने प्रोग्राम में फरमा रहे हैं
कि ਜਿਹੜੇ ਬਾਅਦ ਜੰਮਣ ਦੇ ਉਹਨਾਂ ਦੇ ਉੱਤੇ ਮੁਰਤਦ ਦੀ ਸਜ਼ਾ ਕਤਲ ਦਾ ਫਤਵਾ ਨਹੀਂ ਲੱਗੇਗਾ। ਤੁਹਾਨੂੰ ਅਸੀਂ ਦੂਜਿਆਂ ਨੂੰ ਮਾਰਨ ਦਾ ਫਤਵਾ ਤੁਹਾਡਾ ਅਸੀਂ ਕਬੂਲ ਕੀਤੀ ਬੈਠੇ ਹਾਂ। ਮਤਲਬ ਹੈ ਕਿ ਅਹਿਮਦੀ ਟੁਰੇ ਫਿਰਦੇ ਨੇ ਮਕਬੂਲ ਜਾਨ ਦੀ ਤਸ਼ਰੀਹ ਦੇ ਸਿਰ ਤੇ। ਅਹਿਮਦੀ ਪਾਕਿਸਤਾਨ 'ਚ ਟੁਰੇ ਬੈਠੇ ਨੇ, ਅਹਿਮਦੀਆਂ ਪਾਕਿਸਤਾਨ ਬਣਾਇਆ ਉਹ ਉਹਨਾਂ ਦਾ ਹੀ ਹੈ। ਤੁਸੀਂ ਭਾਈ ਇਹ ਅੰਨੇ ਦਾ ਮੁੱਖ ਮਾਰਨਾ ਤੇ ਉੱਥੇ ਸਾਹਮਣੇ ਬੈਠੇ ਆਪਣਿਆਂ ਨੂੰ ਮਾਰੋ। ਕੋਈ ਬੰਦੇ ਦੇ ਵਿੱਚ ਕੋਈ ਅਸੂਲ ਨੇ, ਕੋਈ ਉਹਨਾਂ ਦੀ ਸਦਾਕਤ ਹੈ, ਕੋਈ ਦਿਆਨਤ ਹੁੰਦੀ ਹੈ। ਚਾਰ ਵਾਰੀ ਅੱਛਾ ਪੈਮਰਾ ਨੂੰ ਤਾਂ ਇੰਨੀ ਜ਼ਰੂਰਤ ਨਹੀਂ ਕਿ ਤੁਹਾਡੇ ਵਰਗਿਆਂ ਤੇ ਗੱਲ ਕਰ ਸਕੇ। ਇਦਾਰੇ ਵਿਕੇ, ਇਦਾਰੇ ਬਿਲਕੁਲ ਜ਼ਨਖੇ ਹੋ ਚੁੱਕੇ ਨੇ। ਵਰਨਾ ਗੱਲ ਕੀ ਹੈ ਕਿ ਵਜ੍ਹਾ ਕੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਔਨ ਏਅਰ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਡਿਸਕਸ ਹੋ ਰਿਹਾ ਕਿ ਹਾਂ ਜੀ ਮੁਰਤਦ ਦੀ ਸਜ਼ਾ ਕਤਲ ਤੇ, ਲੇਕਿਨ ਜਿਹੜੇ ਬੱਚੇ ਜੰਮਣਗੇ ਉਹ ਯਾਨੀ ਅਸੀਂ ਬੱਚੇ ਜੰਮ ਕੇ ਤੁਹਾਡੇ ਰਹਿਮੋ ਕਰਮ ਤੇ ਲੱਗੇ ਫਿਰਦੇ ਨੇ ਅਹਿਮਦੀ। ਤੁਹਾਡੀ ਸਲਾਹ ਹੈ ਕਿ ਉਹ ਨੀਓ TV ਤੇ ਉਰੀਆ ਮਕਬੂਲ ਜਾਨ ਜਿਹੜੇ ਨੇ ਉਹ ਰਲ ਕੇ ਬਹਿਣਗੇ ਤੇ ਉਹਨਾਂ ਸਾਨੂੰ ਜ਼ਿੰਦਗੀ ਦਾ ਹੱਕ ਦੇਣਾ। ਕੋਈ ਖੁਦਾ ਦਾ ਖੌਫ ਕਰੋ। ਅਸੀਂ ਤੁਹਾਨੂੰ ਕੋਈ ਨਹੀਂ ਖੁਦਾ ਮੰਨਦੇ, ਅਸੀਂ ਤੁਹਾਨੂੰ ਨਹੀਂ ਸਮਝਦੇ ਕਿ ਸਾਡੀ ਜਾਨਾਂ ਦੇ ਤੇ ਅਮਵਾਲ ਦੇ ਤੇ ਜ਼ਿੰਦਗੀਆਂ ਦੇ ਔਰ ਤਰੱਕੀਆਤ ਦੇ ਤੁਸੀਂ ਮਾਲਕ ਹੋ। ਹੁਣ ਆਪਣਾ ਸ਼ੀਸ਼ਾ ਵੇਖੋ, ਤੁਹਾਡਾ ਕੀਤਾ ਕੀ ਜੇ ਹਾਲੇ ਤੱਕ। ਉਹ ਜੁਲਾਈ ਦਾ ਮੁੰਡਾ ਸੀ ਤੇ ਉਸ ਕਿਤੇ ਪੱਗ ਲੱਭ ਗਈ, ਪੱਗ ਹੁੰਦੀ ਹੈ ਜ਼ਰਾ ਪਤਲੀ ਜੀ, ਉਹ ਦੇ ਸੁਦੇ ਉਹਨੂੰ ਬੰਨੀ ਜਾਏ ਵਲੇਟੀ ਜਾਏ, ਬੰਨੀ ਜਾਏ ਵਲੇਟੀ ਜਾਏ। ਉਹ ਪਿਓ ਨੇ ਆਖਿਆ ਕੀ ਕਰੂੰ? ਉਸ ਆਖਿਆ ਜੀ ਇਹ ਪੱਗ ਬੰਨਿਆ 2 ਨਫਲਾਂ ਦਾ ਸਵਾਬ ਹੁੰਦਾ ਤੇ ਮੈਂ ਤਾਂ ਬਾਰ-ਬਾਰ ਬੰਨਦਾ ਪਿਆ। ਉਸ ਆਖਿਆ ਚਵਲੇ ਜਾਈਏ ਇਹ ਜਿਹੜੀ ਇਹ ਤੂੰ ਪੱਗ ਪਾੜ ਲੈਂਗਾ ਤੇ ਫਿਰ ਸਿਰ ਤੇ ਨਫਲ ਬੰਨੀ ਫਿਰੀ ਆਪਣੇ। ਤੁਸੀਂ ਬੇੜਾ ਗਰਕ ਕਰਦੇ ਪਏ ਹੋ, ਤੁਸੀਂ ਆਪਣੀ ਪੱਗ ਪਾੜਦੇ ਪਏ ਹੋ। ਤੁਸੀਂ ਆਪਣਾ ਜਿਹੜੀ ਰਹਿਤਲ ਹੈ, ਜਿਹੜੀ ਤੁਹਾਡਾ ਕੋਈ ਵਾਸਿਓ ਹੈ, ਜਿਹੜਾ ਕੋਈ ਮੁਲਕ ਦੇ ਵਿੱਚ ਕੁਝ ਜੋ ਕੁਝ ਪੱਲੇ ਰਹਿ ਗਿਆ, ਕਿਸੇ ਪਾਸੇ ਮੂੰਹ ਦੇਣ ਜੋਗੇ ਤੁਹਾਡੇ ਬਿਊਰੋਕਰੇਟ ਜਾਂ ਤੁਹਾਡੇ ਫਾਰਨ ਆਫਿਸ, ਉਹਨੂੰ ਕਿਸੇ ਪਾਸੇ ਜੋਗਾ ਜਿਉਣ ਜੋਗਾ ਛੱਡੋ। ਇਹ ਜਿਹੜੇ ਕੰਮ ਤੁਸੀਂ ਫੜੇ ਨੇ ਇਸ ਤਰ੍ਹਾਂ ਦੇ ਕੰਮ ਨਹੀਂ ਚੱਲਦੇ। ਲੱਖਾਂ ਇਨਸਾਨ ਜਿਹੜੇ ਨੇ ਉਹ ਰੀਆ ਮਕਬੂਲ ਜਾਣਦੇ ਇੱਕ ਪ੍ਰੋਗਰਾਮ ਕੋਲੋਂ ਸਨਦ ਲੈ ਕੇ ਤੇ ਜ਼ਿੰਦਾ ਰਹਿਣਗੇ ਕਿ ਮਾਂ ਪਿਓ ਨੂੰ ਅਸੀਂ ਰੱਖ ਲਾਂਗੇ, ਮਾਰ ਦਿਆਂਗੇ ਤੇ ਬੱਚੇ ਜਿਹੜੇ ਨੇ ਉਹ ਉਹਨਾਂ ਨੂੰ ਛੱਡ ਦਿਆਂਗੇ। ਕੀ ਇਹਦੇ ਤੇ ਬੰਦਾ ਆਖੇ? ਇਹ ਤਾਂ ਕਿਤੇ ਆਮਣੇ ਸਾਹਮਣੇ ਹੋਵੇ ਤੇ ਫਿਰ ਬੰਦਾ ਗੱਲ ਕਰਦਾ ਵੀ ਇਹ ਤੁਹਾਡੀ ਔਕਾਤ ਔਰ ਇਹ ਕਰਤੂਤ ਤੇ ਦਾਨਿਸ਼ਵਰੀ ਪਏ ਤੁਸੀਂ। ਔਰ ਇੱਕ ਸਾਰੀ ਗੱਲ ਮਨਸੂਬ ਕਿਹਦੇ ਵੱਲ ਕਰਦੇ ਹੋ? ਆਜ ਵਸੱਲਮ ਵੱਲ, ਇਸਲਾਮ ਵੱਲ। ਫਿਰ ਇਹਦਾ ਮਤਲਬ ਹੈ ਕਿ ਜਿਹੜਾ ਮਜ਼ਹਬ ਕੇ ਨਾਮ ਪਰ ਖੂਨ ਕਿਤਾਬ ਹੁਣ ਮੈਂ ਉਹ ਪੇਸ਼ ਕਰਨੀ ਸ਼ੁਰੂ ਕਰਾਂਗਾ ਆਹਿਸਤਾ ਆਹਿਸਤਾ, ਥੋੜ੍ਹੀ ਕਰਕੇ। ਇਹ ਤੁਸੀਂ ਪਾਲੇ ਸਾਰੇ ਉੱਥੋਂ ਹੀ ਹੋ ਨਾ, ਜਿਨ੍ਹਾਂ ਨੂੰ ਬਾਅਦ ਵਿੱਚ ਇਨਸਾਨੀਅਤ ਔਰ ਹੋਸ਼ ਆ ਗਈ ਔਰ ਉਹਨਾਂ ਸਮਝਿਆ ਕਿ ਇਹ ਗੱਲਾਂ ਕੁਰਾਨ ਸ਼ਰੀਫ ਤੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਹੱਦ ਤੱਕ ਨੇ। ਜੋ ਮੌਦੂਦੀ ਸਾਹਿਬ ਤੁਹਾਡੇ ਮੱਥੇ ਮਾਰ ਗਏ ਨੇ, ਉਹ ਫੀਡਰ ਜੇ ਪੀਣੇ ਨੇ ਤੇ ਫਿਰ ਔਰੀਆ ਮਕਬੂਲ ਜਾਨ ਹੀ ਬਣਨਾ, ਫਿਰ ਜ਼ੈਦ ਅਹਿਮਦ ਹੀ ਬਣਨਾ ਤੁਸੀਂ। ਫਿਰ ਉਹ ਜਹਾਦ ਵਾਲੀ ਫਲਸਫਾ ਤੇ ਹਰ ਬੰਦਾ ਮਾਰ ਦਿਓ, ਤੁਸੀਂ ਰਹਿ ਜਾਓ। ਯਾਨੀ ਇਹ ਇਸਲਾਮ ਦੀ ਤਾਲੀਮ ਹੈ ਕਿ ਉਹ ਜਿਹੜੇ ਨੌਮੌਲੂਦ ਨੇ ਉਹਨਾਂ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਮਾਂ-ਬਾਪ ਜਿਹੜੇ ਨੇ ਉਹ ਤੁਹਾਡੇ ਇਸਲਾਮ ਦੀ ਰੂਹ ਨਾਲ ਵਾਜਬੁਲ ਕਤਲ ਨੇ। ਕੀ ਇਹਦੇ 'ਚ ਬੰਦਾ ਆਪਣਾ ਮੈਂ ਬੜੀ ਮੁਸ਼ਕਿਲ ਨਾਲ ਆਪਣੇ ਅਲਫਾਜ਼ ਰੋਕ ਰਿਹਾ। ਲੇਕਿਨ ਜਿਨ੍ਹਾਂ ਕਿਸੇ ਨੂੰ ਥੋੜ੍ਹੀ ਜਿਹੀ ਸਮਝ ਆਈ ਕਿ ਨਹੀਂ ਇਹ ਇਸਲਾਮ ਦੀ ਤਾਲੀਮ ਨਹੀਂ ਹੋ ਸਕਦੀ, ਉਹ ਜਾਵੇਦ ਗਾਂਧੀ ਬਣੇ ਉਸੇ ਜਮਾਤ ਇਸਲਾਮੀ 'ਚੋਂ, ਔਰ ਉਹਨਾਂ ਨੂੰ ਤੁਸੀਂ ਪਾਕਿਸਤਾਨ 'ਚੋਂ ਕੱਢ ਦਿੱਤਾ। ਉਹ ਤਾਂ ਹੁਣ ਨਹੀਂ ਪਾਕਿਸਤਾਨ ਰਹਿ ਸਕਦੇ ਆ ਕੇ। ਇਸ ਵਾਸਤੇ ਆਪਣੀ ਮੰਜੀ ਥੱਲੇ ਡੰਗੋਰੀ ਫੇਰੋ, ਤੁਹਾਡੇ ਥੱਲੇ ਕੁਝ ਵੀ ਨਹੀਂ ਹੈ। ਤੁਸੀਂ ਅੰਨੇ ਦਾ ਮੌਕੇ ਤੇ ਪਤਾ ਨਹੀਂ, ਉਹ ਆਪ ਵੀ ਜ਼ਾਹਿਰ ਹੈ ਕਿ ਤੁਹਾਡਾ ਅੰਨਾ ਹੋਣਾ ਤਾਂ ਤੁਹਾਡੀ ਹਰਕਤਾਂ ਤੋਂ ਸਾਬਤ ਹੈ। ਔਰ ਇਹ ਜੋ ਕੋਈ ਤੁਸੀਂ ਪ੍ਰੋਗਰਾਮ 'ਚ ਬੈਕ ਕਰਦੇ ਹੋ, ਇਹ ਉਹ ਹੀ ਕਮਲਾ ਮੁੱਕ ਮਾਰਦੇ ਪਏ ਹੋ। ਤੇ ਬਹਰਹਾਲ ਸਾਡੀ ਕੋਸ਼ਿਸ਼ ਤਾਂ ਹੈ ਨਾ ਕਿ ਜੇ ਤੁਸੀਂ ਅੰਨੇ ਹੋ ਤਾਂ ਅਸੀਂ ਤਾਂ ਨਹੀਂ, ਕਮ ਅਜ਼ ਕਮ ਕੋਸ਼ਿਸ਼ ਕਰੀ ਦੀ ਹੈ ਕਿ ਉਹਦੇ ਤੋਂ ਬਚੀਏ ਔਰ ਅਗਲੀ ਆਪਣੀ ਨਸਲ ਜਿਹੜੀ ਹੈ ਉਹਨੂੰ ਅਸੀਂ ਬਹਰਹਾਲ ਅੰਨਾ ਨਹੀਂ ਹੋਣ ਦੇਣਾ। ਹੋ ਸਕਦਾ ਸਾਡੇ ਤੇ ਕੋਸ਼ਿਸ਼ ਤੁਹਾਡੀ ਵੀ ਨਹੀਂ ਹੋਣ ਦੇਣੀ। ਹੁਣ ਬਹਰਹਾਲ ਇਹ ਖਾਬ ਵਹਿੰਦੇ ਔਰ ਆਪਣੇ ਖਾਬ ਵਿੱਚ ਅਹਿਮਦੀਆਂ ਨੂੰ ਵਾਜਬੁਲ ਕਤਲ ਔਰ ਤੇਗ ਕਰਦਿਆਂ ਹੋਇਆਂ ਤੇ ਉਹਨਾਂ ਦੇ ਮਾਸੂਮ ਬੱਚੇ ਬਚਾਉਂਦੇ ਹੋਇਆਂ ਤੁਸੀਂ ਜਨਾਬ ਅਗਲੇ ਜਹਾਨ ਸੁਧਾਰੋ। ਤੇ ਅਹਿਮਦੀ ਇੱਥੇ ਹੀ ਨੇ, ਇਹਨਾਂ ਨਹੀਂ ਕਿਸੇ ਪਾਸੇ ਜਾਣਾ। ਇਹ ਨਾ ਪਾਕਿਸਤਾਨ ਛੱਡਣਾ, ਨਾ ਪਾਕਿਸਤਾਨ ਤੁਹਾਨੂੰ ਦੇਣਾ, ਬਲਕਿ ਪਾਕਿਸਤਾਨ ਰੀਕਲੇਮ ਕਰਨਾ। ਅਹਿਮਦੀਆਂ ਨੇ ਵੀ ਔਰ ਹਰ ਸ਼ਰੀਫ ਆਦਮੀ ਨੇ ਜਿਹੜਾ ਇਹ ਸਮਝਦਾ ਹੈ ਕਿ ਪਾਕਿਸਤਾਨ ਸਾਰਿਆਂ ਦਾ, ਪਾਕਿਸਤਾਨ ਔਰੀਆ ਮਕਬੂਲ ਜਾਨ ਦਾ, ਨੀਓ TV ਦਾ ਨਹੀਂ ਹੈ। ਅੱਲਾ ਉੱਥੋਂ ਹੀ ਗੱਲ ਮੈਂ ਜਿੱਥੋਂ ਸ਼ੁਰੂ ਕੀਤੀ ਸੀ ਕਿ ਅੰਨੇ ਦੇ ਮੁੱਖ ਤੋਂ, ਬੇੜੀ ਦੀ ਧੁੱਪ ਤੋਂ ਤੇ ਸ਼ਾਦੀ ਦੀ ਭੁੱਖ ਤੋਂ ਮੌਲਾ ਪਨਾਹ ਦੇ। ਹੈ ਵੈਸੇ ਤੁਹਾਨੂੰ ਵੀ ਹੁਣ ਸ਼ਾਦੀ ਦੀ ਭੁੱਖ ਹੀ ਹੈ ਕਿ ਹੁਣ ਪਾਕਿਸਤਾਨ ਵਾਸਤੇ ਮੁਆਸ਼ੀ ਤੌਰ 'ਤੇ ਕੀਤਾ ਕੁਝ ਨਹੀਂ। ਹੁਣ ਆਂਦੇ ਜੀ ਉਹ ਇਹ ਰਿਪੋਰਟ ਛਪ ਗਈ ਤੇ ਸਾਡੇ ਕਰਜ਼ੇ ਬੰਦ ਹੋਣ ਦੇ। ਇਸ ਰਿਪੋਰਟ ਨੂੰ ਬ੍ਰਿਟਿਸ਼ ਗੌਰਮੈਂਟ ਉੱਥੋਂ ਨੈੱਟ ਤੋਂ ਹਟਾਵੇ।
पाकिस्तान ते तलवार लटकी है। वो पाकिस्तान का तुसां की कीता अज तक? ए तुसीं जहादी ते बनाते रहे हो अज तक बंदियां नूं। कोई पढ़िया लिखिया अगे पैदा किया जे, कोई अगे स्कूल कॉलेजां यूनिवर्सिटियां कोई वल नस्ल पैदा की, यूनिवर्सिटियां का म्यार तक बेड़ा गर्क कर बैठे हो। होर हुण की करना जे पाकिस्तान का? हुण सद्दे हो आर्मी चीफ नूं, आर्मी चीफ आवे तो वह आके जनाब अहमदी की करे हो आर्मी चीफ? हुण तुहानूं अपने बंदे आप मारते, तुहानूं टैंक दे के तुहानूं उत्ते तुहानूं ड्राइवर बहा दे। कोई खुदा दा खौफ करो, इंसानीयत कोई नहीं। ये दीवा नहीं बल सकता, इहो जे दीवे नहीं बल सकते, तो तुसीं वो दीवे बालो जिहड़े बल सकते हैं। फी अमान अल्लाह पाकिस्तान। अगले प्रोग्राम मुंगारा दे विच इंशाअल्लाह फिर मुलाकात होएगी। कोशिश तो करी दी है कि मौजू कोई होर लभ के लियावीए, लेकिन अन्या दे मौके इन्ने ज़्यादा ने इस वक्त, वो दे सुद्धे उन्होंने होर काम ही कोई नहीं, ज़ाहिर सुते जागते वही काम पे करते हैं। सन फिर जवाब भी देना पेगा और दसना भी पेगा आम बंदे कि करूँ की ने पाकिस्तान दे नाल। अल्लाह ताला बचाए इस तरह के कसीरुल तादाद अन्या के मुल्कों तो पब्लिक अवाम उन्नास और पाकिस्तान के सोशियो पोलिटिकल मंजरनामे नूं। अस्सलाम वालेकुम।